ਸ੍ਰੀ ਵਾਹਿਗੁਰੂ ਸਾਹਿਬ ਜੀ। ਔਗਣ ਕੀਤੇ ਗੁਣ ਕਰੈ, ਸਹਿਜ ਸੁਭਾਉ ਤਰੁਵਰ ਹੰਦਾ। ਵੱਢਣ ਵਾਲਾ ਛਾਉ ਬਹਿ, ਚੰਗੇ ਦਾ ਮੰਦਾ ਚਿਤਵੰਦਾ। ਫਲ ਦੇ ਵੱਟ ਵਗਾਇਆਂ, ਵੱਢਣ ਵਾਲੇ ਤਾਰ ਤਰੰਦਾ। ਬੇਮੁਖ ਫਲ ਨਾ ਪਾਏ ਦੇ, ਸੇਵਕ ਫਲ ਅਣਗਣਤ ਫਲੰਦਾ। ਗੁਰਮੁਖ ਵਿਰਲਾ ਜਾਣੀਐ, ਸੇਵਕ 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 ਸੰਦਾ। ਜਗ ਜੁਹਾਰੇ ਚੰਦਨੋ, ਸਾਇਰ ਲਹਿਰ ਆਨੰਦ ਵਧੰਦਾ। ਜੋ ਤੇਰਾ ਜਗ ਤਿਸ ਦਾ ਬੰਦਾ, ਜੋ ਤੇਰਾ ਜਗ ਤਿਸ ਦਾ ਬੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀ 26ਵੀਂ ਵਾਰ ਦੇ ਵਿੱਚੋਂ 11ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਰੁੱਖ ਦਾ ਦ੍ਰਿਸ਼ਟਾਂਤ ਦੇ ਕੇ ਗੁਰਮੁਖਾਂ ਦੀ ਗੱਲ ਕਰਦੇ ਹੈ ਕਿ ਜਿਵੇਂ ਰੁੱਖ ਪਰਉਪਕਾਰੀ ਹੁੰਦਾ ਹੈ, ਇਸੇ ਤਰ੍ਹਾਂ ਗੁਰਮੁਖ ਪਰਉਪਕਾਰੀ ਹੁੰਦੇ ਹੈ। ਜੀਵਨ ਭਰ ਗੁਰਮੁਖ ਪਰਉਪਕਾਰ ਕਰਦੇ ਹੈ। ਇੱਥੋਂ ਤੱਕ ਜੇ ਕੋਈ ਉਹਨਾਂ ਦਾ ਬੁਰਾ ਵੀ ਚਿਤਵਦਾ ਹੈ ਤਾਂ ਵੀ ਉਹ ਭਲਾ ਹੀ ਕਰਦੇ ਹੈ। ਬੁਰੇ ਨਾਲ ਸਭ ਕਰਨ ਬੁਰਾਈ, ਮਾਫ ਕਰਨ ਕਈ ਸਿਆਣੇ। ਬੁਰੇ ਨਾਲ ਭਲਾਈ ਕਰਨੀ, ਇਹ ਗੁਰੂ ਨਾਨਕ ਜਾਣੇ। ਇੱਕ ਲੌਕਿਕ ਕਥਨ ਹੈ, ਸਤਿਗੁਰੂ ਦੀ ਸਿਫਤ ਵਿੱਚ ਲਿਖਿਆ, ਬੁਰੇ ਨਾਲ ਬੁਰਾ ਤਾਂ ਸਾਰੇ ਕਰਦੇ ਹੈ, ਪਰ ਬੁਰੇ ਨਾਲ ਵੀ ਭਲਾ ਕਰਨਾ ਇਹ ਗੁਰੂ ਨਾਨਕ ਦਾ ਘਰ ਜਾਣਦਾ ਹੈ। ਸੋ ਆਓ, ਭਾਈ ਗੁਰਦਾਸ ਸਾਹਿਬ ਜੀ ਅੰਮ੍ਰਿਤ ਬਚਨਾਂ ਦੇ ਰਾਹੀਂ ਕਲਿਆਣਕਾਰੀ ਉਪਦੇਸ਼ ਬਖਸ਼ ਰਹੇ ਹੈ। ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਸਰਵਣ ਕਰੀਏ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਔਗਣ ਕੀਤੇ ਗੁਣ ਕਰੈ, ਸਹਿਜ ਸੁਭਾਉ ਤਰੁਵਰ ਹੰਦਾ।
ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਰੁੱਖ ਦਾ ਸਹਿਜੇ ਹੀ ਇਹ ਸੁਭਾਅ ਹੈ, ਅਥਵਾ ਰੁੱਖ ਦਾ ਸ਼ਾਂਤੀ ਵਾਲਾ ਸੁਭਾਅ ਹੈ। ਔਗਣ ਕੀਤੇ ਗੁਣ ਕਰੇ। ਰੁੱਖ ਔਗਣ ਕਰਨ ਦੇ ਨਾਲ ਵੀ ਗੁਣ ਕਰਦਾ ਹੈ, ਭਾਵ ਜੋ ਔਗਣ ਕਰਦਾ ਹੈ ਉਹਦੇ ਉੱਤੇ ਵੀ ਇਹ ਗੁਣ ਪਰਉਪਕਾਰ ਕਰਦਾ ਹੈ। ਵੱਢਣ ਵਾਲਾ ਛਾਉ ਬਹਿ, ਚੰਗੇ ਦਾ ਮੰਦਾ ਚਿਤਵੰਦਾ। ਰੁੱਖ ਨੂੰ ਵੱਢਣ ਵਾਲਾ ਉਸੇ ਰੁੱਖ ਦੀ ਛਾਂ ਬਹਿੰਦਾ ਹੈ, ਉਹਦੀ ਛਾਵੇਂ ਬਹਿ ਕੇ ਚੰਗੇ ਦਾ ਮੰਦਾ ਚਿਤਵੰਦਾ। ਚੰਗੇ ਦਾ, ਚੰਗਾ ਕੌਣ ਹੈ? ਰੁੱਖ। ਜਿਸ ਰੁੱਖ ਦੀ ਉਹ ਛਾਵੇਂ ਬੈਠਾ ਹੈ ਉਹਦਾ ਹੀ ਮੰਦਾ ਚਿਤਵਦਾ ਹੈ। ਰੁੱਖ ਦੀ ਛਾਵੇਂ ਬਹਿ ਕੇ ਸੋਚਦਾ ਹੈ ਇਹਦੇ ਸ਼ਤੀਰ ਬੜੇ ਵਧੀਆ ਬਣਨਗੇ, ਬਾਲੇ ਬੜੇ ਵਧੀਆ ਬਣਨੇ ਹੈ, ਜੇ ਇਹਨੂੰ ਵੱਢ ਕੇ ਚਿਰਾ ਲਿਆ ਜਾਵੇ ਤਖਤ ਪੋਸ਼ ਬਹੁਤ ਸੋਹਣਾ ਬਣੇਗਾ। ਰੁੱਖ ਛਾਂ ਦੇ ਰਿਹਾ ਹੈ, ਫਲ ਦੇ ਰਿਹਾ ਹੈ, ਪਰ ਉਹਦੇ ਪਰਉਪਕਾਰ ਨੂੰ ਇਹ ਬੰਦਾ ਜਾਣਦਾ ਨਹੀਂ। ਉਹਦੀ ਛਾਵੇਂ ਬਹਿ ਕੇ ਚੰਗੇ ਰੁੱਖ ਦਾ ਮੰਦਾ ਚਿਤਵਦਾ ਹੈ, ਉਹਦਾ ਬੁਰਾ ਚਿਤਵਦਾ ਵੀ ਮੈਂ ਇਹਨੂੰ ਵੱਢਣਾ ਹੈ। ਫਲ ਦੇ ਵੱਟ ਵਗਾਇਆਂ, ਵੱਢਣ ਵਾਲੇ ਤਾਰ ਤਰੰਦਾ। ਅਤੇ ਜਦੋਂ ਕੋਈ ਵੱਟੇ ਮਾਰਦਾ ਹੈ ਫਲ ਰੁੱਖ ਨੂੰ, ਫਲ ਦੇ ਵੱਟ ਵਗਾਇਆਂ, ਉਹ ਵੱਟੇ ਮਾਰਨ 'ਤੇ ਵੀ ਫਲ ਦਿੰਦਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਘਟਨਾ ਤਾਂ ਤਕਰੀਬਨ ਸਾਰਿਆਂ ਨੂੰ ਹੀ ਚੇਤੇ ਹੈ। ਜਦੋਂ ਬੱਚਿਆਂ ਨੇ ਬੇਰੀ ਨੂੰ ਵੱਟੇ ਮਾਰੇ, ਇੱਕ ਵੱਟਾ ਮਹਾਰਾਜੇ ਨੂੰ ਆ ਕੇ ਲੱਗਾ। ਬੱਚਿਆਂ ਨੂੰ ਜਦੋਂ ਫੜ ਕੇ ਲਿਆਂਦਾ ਗਿਆ, ਮਹਾਰਾਜੇ ਦੇ ਸਾਹਮਣੇ ਪੁੱਛਿਆ ਵੀ ਕਿਉਂ ਵੱਟੇ ਮਾਰੇ? ਕਹਿੰਦੇ ਅਸੀਂ ਤੁਹਾਨੂੰ ਨਹੀਂ, ਅਸੀਂ ਤਾਂ ਬੇਰੀ ਨੂੰ ਵੱਟੇ ਮਾਰੇ ਸੀ, ਕਾਸ ਤੋਂ ਉਹ ਸਾਨੂੰ ਮਿੱਠੜੇ ਬੇਰ ਦਿੰਦੀ ਹੈ। ਅਤੇ ਮਹਾਰਾਜੇ ਦਾ ਹਿਰਦਾ ਪਿਘਲ ਗਿਆ, ਕਹਿੰਦਾ ਵੀ ਜੇ ਇੱਕ ਰੁੱਖ ਵੱਟੇ ਖਾ ਕੇ ਮਿੱਠੇ ਬੇਰ ਦਿੰਦਾ ਹੈ ਅਤੇ ਮੈਂ ਇਹਨਾਂ ਨੂੰ ਸਜ਼ਾ ਕਿਉਂ ਦੇਵਾਂ? ਝੋਲੀਆਂ ਭਰ ਦਿੱਤੀਆਂ ਮੋਹਰਾਂ ਦੇ ਨਾਲ। ਐਸਾ ਪਰਉਪਕਾਰੀ ਸੀ ਉਹ। ਭਾਈ ਗੁਰਦਾਸ ਜੀ ਕਹਿੰਦੇ ਫਲ ਦਿੰਦਾ ਹੈ ਜਦੋਂ ਕੋਈ ਵੱਟੇ ਮਾਰਦਾ ਹੈ ਉਸ ਨੂੰ, ਵੱਢਣ ਵਾਲੇ ਤਾਰ ਤਰੰਦਾ। ਫਿਰ ਇੰਨਾ ਪਰਉਪਕਾਰੀ ਹੈ ਵੀ ਰੁੱਖ ਜਿਸ ਬੰਦੇ ਨੇ ਉਸ ਨੂੰ ਵੱਢਿਆ, ਵੱਢਣ ਵਾਲੇ ਨੂੰ ਵੀ ਤਾਰ ਤਰੰਦਾ, ਨਦੀ ਤੋਂ ਪਾਰ ਕਰ ਦਿੰਦਾ ਹੈ। ਜਦੋਂ ਉਸ ਰੁੱਖ ਦੀ ਬੇੜੀ ਬਣੀ ਅਤੇ ਰੁੱਖ ਨੇ ਇਹ ਨਹੀਂ ਵੇਖਿਆ ਵੀ ਇਸ ਬੰਦੇ ਨੇ ਮੈਨੂੰ ਵੱਢਿਆ ਸੀ, ਮੇਰੀਆਂ ਜੜ੍ਹਾਂ 'ਚ ਕੁਹਾੜਾ ਚਲਾਇਆ, ਆਰਾ ਫੇਰਿਆ, ਉਹ ਵੱਢਣ ਵਾਲੇ ਬੰਦੇ ਨੂੰ ਵੀ ਦਰਿਆ ਤੋਂ ਪਾਰ ਕਰ ਦਿੰਦਾ ਹੈ। ਬੇਮੁਖ ਫਲ ਨਾ ਪਾਏ ਦੇ, ਸੇਵਕ ਫਲ ਅਣਗਣਤ ਫਲੰਦਾ। ਜਿਹੜੇ ਬੇਮੁਖ ਹਨ, ਮਨਮੁਖ ਪੁਰਸ਼, ਉਹ ਗੁਰਮੁਖਾਂ ਦੇ ਪਾਸੋਂ ਫਲ ਦੀ ਪ੍ਰਾਪਤੀ ਨਹੀਂ ਕਰ ਪਾਉਂਦੇ। ਅਤੇ ਜਿਹੜੇ ਸੇਵਕ ਹਨ, ਸੇਵਕ ਫਲ ਅਣਗਣਤ ਫਲੰਦਾ। ਅਤੇ ਸੇਵਕ ਗੁਰਮੁਖ ਅਨੇਕਾਂ ਹੀ ਫਲਾਂ ਦੇ ਸਹਿਤ ਫਲਦੇ ਹੈ। ਗੁਰਮੁਖਾਂ ਨੂੰ ਅਨੇਕਾਂ ਹੀ ਫਲ ਲੱਗਦੇ ਹੈ ਅਤੇ ਮਨਮੁਖ ਉਹ ਖਾਲੀ ਹੀ ਰਹਿ ਜਾਂਦੇ ਹੈ। ਗੁਰਮੁਖ ਵਿਰਲਾ ਜਾਣੀਐ, ਸੇਵਕ 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 ਸੰਦਾ। ਗੁਰਮੁਖ ਕੌਣ ਹੈ? ਗੁਰਮੁਖ ਤਾਂ ਕੋਈ ਵਿਰਲਾ ਹੀ ਜਾਣਿਆ ਜਾਂਦਾ ਸੰਸਾਰ ਵਿੱਚ। ਕਿਹੜਾ? ਸੇਵਕ 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 ਸੰਦਾ। ਜਿਹੜਾ ਸੇਵਕ ਦਾ ਸੇਵਕ ਹੋ ਕੇ ਸੇਵਾ ਕਰਦਾ ਹੈ। ਸੇਵਕ 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 ਸੰਦਾ, 3 ਵਾਰ ਸ਼ਬਦ ਆਇਆ। ਸੇਵਕ 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 ਸੰਦਾ। ਸੇਵਕਾਂ ਦਾ ਜਿਹੜਾ ਸੇਵਕ ਹੈ ਉਹਦਾ ਸੇਵਕ ਹੁੰਦਾ ਹੈ। ਇੰਨੀ ਨਿਮਰਤਾ ਹੈ ਗੁਰਮੁਖ ਦੇ ਵਿੱਚ। ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ,
ਇੱਥੇ ਵੀ 3 ਵਾਰਾਂ ਸਾਹਿਬ ਨੇ ਸ਼ਬਦ ਵਰਤਿਆ, ਹੇ ਪਰਮਾਤਮਾ ਜਿਹੜੇ ਤੇਰੇ ਦਾਸ ਨੇ ਉਹਨਾਂ ਦੇ ਦਾਸ ਅੱਗੇ ਉਹਨਾਂ ਦਾ ਦਾਸ ਮੈਨੂੰ ਬਣਾ ਦੇ। ਸੇਵਕ 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 ਸੰਦਾ, ਸੇਵਕਾਂ ਦੇ ਸੇਵਕ ਉਹਨਾਂ ਦਾ ਉਹ ਅੱਗੇ ਸੇਵਕ ਬਣਦਾ। ਵਿਰਲਾ ਹੀ ਇਹੋ ਜਿਹਾ ਗੁਰਮੁਖ ਜਾਣਿਆ ਜਾਂਦਾ ਹੈ। ਸੋ ਇੱਥੇ ਪਾਠ ਅੰਤਰ ਇਸ ਤਰ੍ਹਾਂ ਵੀ ਹੈ, ਸੇਵਕ ਸੇਵਕ ਸੇਵ ਕਰਨ ਦਾ, ਉਹ ਸੇਵਕਾਂ ਦਾ ਸੇਵਕ ਬਣ ਕੇ ਸੇਵਾ ਕਰਦਾ ਹੈ। ਜਗ ਜੋ ਹਾਰੇ ਚੰਦਨੋ ਸਾਇਰ ਲਹਿਰ ਆਨੰਦ ਵਧੰਦਾ। ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਜਗਤ ਦੂਜ ਦੇ ਚੰਦ ਨੂੰ ਨਮਸਕਾਰਾਂ ਕਰਦਾ ਹੈ, ਸਾਇਰ ਲਹਿਰ ਆਨੰਦ ਵਧੰਦਾ। ਅਤੇ ਜਿਹੜਾ ਸਮੁੰਦਰ ਹੈ ਉਹ ਵੀ ਆਨੰਦ ਦੀਆਂ ਲਹਿਰਾਂ ਵਧਾਉਂਦਾ ਹੈ, ਭਾਵ ਸਮੁੰਦਰ ਵੀ ਚੰਦ ਨੂੰ ਨਮਸਕਾਰਾਂ ਕਰਦਾ ਹੈ। ਭਾਵ ਇਹ ਹੈ ਵੀ ਜਿਹੜੇ ਗੁਰਮੁਖ ਹਨ ਨਾ, ਉਹਨਾਂ ਨੂੰ ਸਾਰੇ ਨਮਸਕਾਰਾਂ ਕਰਦੇ ਹੈ, ਗੁਰਮੁਖਾਂ ਦਾ ਸਾਰੇ ਸਤਿਕਾਰ ਕਰਦੇ ਹੈ, ਗੁਰਮੁਖਾਂ ਦੇ ਦਰਸ਼ਨ ਕਰਕੇ ਆਨੰਦਿਤ ਹੁੰਦੇ ਹੈ, ਆਨੰਦ ਦੀਆਂ ਲਹਿਰਾਂ ਉਹਨਾਂ ਦੇ ਅੰਦਰ ਪੈਦਾ ਹੋ ਜਾਂਦੀਆਂ ਨੇ। ਜੋ ਤੇਰਾ ਜਗ ਤਿਸ ਦਾ ਬੰਦਾ, ਹੇ ਨਿਰੰਕਾਰ ਜੋ ਤੇਰਾ ਸੇਵਕ ਹੈ, ਜਗ ਤਿਸ ਦਾ ਬੰਦਾ, ਜਗਤ ਉਸ ਦਾ ਸੇਵਕ ਬਣ ਜਾਂਦਾ ਹੈ। ਆਪ ਸਵਾਰ ਹੈ ਮੈਂ ਮਿਲ ਹੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਈ ਰਹਿ, ਸਭ ਜਗ ਤੇਰਾ ਹੋਏ। ਪਰਮਾਤਮਾ ਕਹਿੰਦਾ ਜੇ ਤੂੰ ਮੇਰਾ ਬਣ ਜਾਵੇਂ ਤਾਂ ਸਾਰਾ ਜਗਤ ਤੇਰਾ ਬਣ ਜਾਵੇਗਾ, ਤੇਰਾ ਸੇਵਕ ਹੋ ਜਾਵੇਗਾ। ਸੋ ਜਿਹੜਾ ਪਰਮਾਤਮਾ ਦਾ ਬੰਦਾ ਨਾ ਸੇਵਕ ਹੈ, ਸੰਸਾਰ ਫਿਰ ਉਹਦਾ ਸੇਵਕ ਬਣ ਜਾਂਦਾ ਹੈ। ਅਗਲੀ 12ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਹੈ। ਭਾਈ ਗੁਰਦਾਸ ਜੀ ਨੂੰ ਗੁਰਸਿੱਖਾਂ ਨੇ ਪੁੱਛਿਆ, ਭਾਈ ਗੁਰਦਾਸ ਸਾਹਿਬ ਜੀ ਜਿਨ੍ਹਾਂ ਗੁਰਮੁਖਾਂ ਦਾ ਤੁਸੀਂ ਵਾਰ-ਵਾਰ ਜ਼ਿਕਰ ਕਰਦੇ ਹੋ, ਗੁਰਮੁਖ ਉੱਚੇ ਜੀਵਨ ਵਾਲੇ ਨੇ, ਬੰਦਗੀ ਵਾਲੇ ਨੇ, ਉਹਨਾਂ ਦੇ ਬਚਨ ਅਮੋਲਕ ਹਨ। ਉਹਨਾਂ ਦੇ ਬਚਨ ਜਦੋਂ ਅਸੀਂ ਸੁਣਦੇ ਹਾਂ, ਬੜੇ ਮਿਠਾਸ ਭਰੇ ਬਚਨ ਹੁੰਦੇ ਆ ਗੁਰਮੁਖਾਂ ਦੇ। ਇੰਨੀ ਮਿਠਾਸ ਕਿਵੇਂ ਆਈ ਉਹਨਾਂ ਦੇ ਵਿੱਚ, ਸਾਨੂੰ ਕਿਰਪਾ ਕਰਕੇ ਦੱਸੋ। ਤਾਂ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ, ਗੁਰਮੁਖੋ ਗੁਰਸਿੱਖੋ, ਜਿਹੜੇ ਗੁਰਮੁਖ ਸੱਜਣ ਹਨ ਉਹ ਸਦਾ ਹੀ ਪਰਮਾਤਮਾ ਨੂੰ ਚੇਤੇ ਕਰਦੇ ਹੈ, ਸੁਆਮੀ ਨੂੰ ਚੇਤੇ ਕਰਦੇ ਹੈ, ਅਤੇ ਸੱਜਣ ਸੁਆਮੀ ਦੇ ਨਾਲ ਮਿਲ ਕੇ ਉਹ ਮਿਠਾਸ ਵਾਲੇ ਹੋਏ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਚਨ ਹੈ, ਮਿੱਠ ਬੋਲੜਾ ਜੀ ਮਿੱਠ ਬੋਲੜਾ, ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੋਰਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌਰਾ। ਸੋ ਉਹ ਕੌੜਾ ਬੋਲ ਨਹੀਂ ਬੋਲਦਾ, ਕੌੜਾ ਬੋਲ ਬੋਲਣਾ ਜਾਣਦਾ ਨਹੀਂ। ਸੋ ਗੁਰਮੁਖ ਪਿਆਰੇ ਵਾਹਿਗੁਰੂ ਨੂੰ ਚੇਤੇ ਕਰਦੇ ਹੈ, ਵੱਡੀ ਘਾਲਣਾ ਘਾਲਦੇ ਹੈ, ਫਿਰ ਉਹਨਾਂ ਦੇ ਵਿੱਚ ਮਿਠਾਸ ਆਉਂਦੀ ਹੈ। ਹੁਣ ਭਾਈ ਗੁਰਦਾਸ ਜੀ ਕਮਾਦ ਦਾ ਭਾਵ ਗੰਨੇ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹੈ। ਜਿਉਂ ਵਿਸਮਾਦ ਕਮਾਦ ਹੈ, ਸਿਰ ਤਲਵਾਇਆ ਹੋਏ ਉਪੰਨਾ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਕਮਾਦ ਅਸਚਰਜ ਰੂਪ ਹੈ। ਕਮਾਦ ਹੈ ਨਾ ਜਿਹੜਾ ਗੰਨਾ, ਬੜਾ ਹੈਰਾਨ ਕਰ ਦੇਣ ਵਾਲਾ ਹੈ। ਸਿਰ ਤਲਵਾਇਆ ਹੋਏ ਉਪੰਨਾ, ਅਤੇ ਸਿਰ ਉਹਦਾ ਹੇਠਾਂ ਹੁੰਦਾ ਹੈ, ਪੈਰ ਉੱਪਰ ਨੂੰ, ਸਿਰ ਹੇਠਾਂ ਨੂੰ ਹੋ ਕਰਕੇ, ਸਿਰ ਹੇਠਾਂ ਨੂੰ ਕਰਕੇ ਉਹ ਪੈਦਾ ਹੁੰਦਾ ਹੈ। ਪਹਿਲੇ ਖਲ ਉਹ ਖਲ ਕੈ, ਟੋਟੇ ਕਰ ਕਰ ਭੰਨਣ ਭੰਨਾ। ਅਤੇ ਪਹਿਲੋਂ ਕੀ ਕੀਤਾ ਜਾਂਦਾ, ਗੰਨਾ ਜਿਹੜਾ ਨਾ, ਪਹਿਲੇ ਖਲ ਉਹ ਖਲ ਕੈ, ਉਹਦੀ ਖਲ ਖੋਰੀ ਲਾਹ ਦਿੱਤੀ ਜਾਂਦੀ ਹੈ। ਗੰਨੇ ਦੇ ਉੱਪਰ ਜਿਹੜੀ ਖੋਰੀ ਹੁੰਦੀ ਹੈ, ਕਈ ਉਹਨੂੰ ਛੋਈ ਵੀ ਕਹਿੰਦੇ ਹੈ,
ਉਹ ਛੋਈ ਉਹ ਖੋਰੀ ਜਿਹੜੀ ਹੈ ਗੰਨੇ ਦੀ ਪਹਿਲੋਂ ਖਿੱਚ ਕੇ ਲਾਹ ਦਿੱਤੀ ਜਾਂਦੀ ਹੈ। ਟੋਟੇ ਕਰ ਕਰ ਭੰਨਣ ਭੰਨਾ, ਫਿਰ ਉਹਦੇ ਟੋਟੇ ਕਰ ਕਰਕੇ ਚੰਗੀ ਤਰ੍ਹਾਂ ਭੰਨਾ, ਚੰਗੀ ਤਰ੍ਹਾਂ ਉਹਨੂੰ ਭੰਨ ਦਿੱਤਾ ਜਾਂਦਾ ਹੈ। ਉਹਦੇ ਟੁਕੜੇ ਕਰ ਦਿੱਤੇ ਜਾਂਦੇ ਆ ਗੰਡਾਸੇ ਦੇ ਨਾਲ। ਕੋਲੂ ਪਾਏ ਪੀੜਾਇਆ, ਰਸ ਟੱਟਰ ਕਸ ਇੰਨਣ ਵੰਨਾ। ਫਿਰ ਜਦੋਂ ਉਹਨੂੰ ਚੰਗੀ ਤਰ੍ਹਾਂ ਛਿੱਲ ਲਿਆ ਜਾਂਦਾ, ਗੰਨੇ ਨੂੰ ਖੋਰੀ ਉਹਦੀ ਲਾਹ ਦਿੱਤੀ ਜਾਂਦੀ ਹੈ, ਛੋਟੀਆਂ ਛੋਟੀਆਂ ਗੱਠਾਂ ਬੰਨ੍ਹ ਲਈਆਂ ਜਾਂਦੀਆਂ। ਕੋਲੂ ਪਾਏ ਪੀੜਾਇਆ, ਫਿਰ ਵੇਲਣੇ ਦੇ ਵਿੱਚ ਪਾ ਕੇ ਗੰਨੇ ਨੂੰ ਪੀੜਿਆ ਜਾਂਦਾ ਹੈ। ਵੇਲਣੇ ਦੀਆਂ ਜਿਹੜੀਆਂ ਮੋਟੀਆਂ ਲੱਠਾਂ ਨੇ ਨਾ, ਉਹਦੇ ਵਿੱਚ ਗੰਨੇ ਨੂੰ ਪਾਇਆ ਜਾਂਦਾ। ਵੇਲਣਾ ਗਿੜਦਾ ਹੈ ਅਤੇ ਗੰਨੇ ਦਾ ਰਸ ਨਿਕਲਦਾ ਹੈ, ਰੋਹ ਬਣ ਜਾਂਦੀ ਹੈ। ਰਸ ਟੱਟਰ, ਅਤੇ ਗੰਨੇ ਦਾ ਰਸ ਹੈ ਜਿਹੜੀ ਰੋਹ ਹੈ ਉਸ ਨੂੰ ਵੱਡੇ ਕੜਾਹੇ ਦੇ ਵਿੱਚ ਪਾ ਲਿਆ ਜਾਂਦਾ ਹੈ। ਕਸ ਇੰਨਣ ਵੰਨਾ, ਅਤੇ ਕਸ ਜਿਹੜੀਆਂ ਪੱਛੀਆਂ ਉਹ ਬਾਲਣ ਦੇ ਥਾਂ 'ਤੇ ਬਾਲੀਆਂ ਜਾਂਦੀਆਂ। ਫਿਰ ਕੜਾਹੇ ਦੇ ਹੇਠਾਂ ਅੱਗ ਬਾਲੀ ਜਾਂਦੀ, ਜਦੋਂ ਪੱਛੀਆਂ ਜਿਹੜੀਆਂ ਹੁੰਦੀਆਂ ਉਹ ਬਾਲਣ ਦੇ ਥਾਂ 'ਤੇ ਬਾਲੀਆਂ ਜਾਂਦੀਆਂ। ਦੁੱਖ ਸੁਖ ਅੰਦਰ ਸਬਰ ਕਰ, ਖਾਏ ਅਵਟਣ ਜਗ ਧਨ ਧੰਨਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੰਨੇ ਨੇ ਦੁੱਖ ਅਤੇ ਸੁੱਖ ਦੇ ਵਿੱਚ ਸਬਰ ਕੀਤਾ ਹੈ। ਖਾਏ ਅਵਟਣ, ਅਤੇ ਕੜਾਹੇ ਵਿੱਚ ਪੈ ਕੇ ਜਿਹੜੀ ਰੋਹ ਹੈ, ਅਵਟਣ ਉਹ ਉਬਾਲੇ ਖਾਂਦੀ ਹੈ। ਜਗ ਧਨ ਧੰਨਾ, ਸਾਰਾ ਜਗਤ ਗੰਨੇ ਨੂੰ ਧਨ ਧਨ ਕਹਿੰਦਾ ਹੈ। ਪਹਿਲੋਂ ਨਿੱਕੇ ਨਿੱਕੜੇ ਟੁਕੜੇ ਕਰਕੇ ਖੇਤ ਵਿੱਚ ਦੱਬਿਆ ਗਿਆ, ਉਹਨੂੰ ਬੀਜਿਆ, ਉਹ ਉੱਗਿਆ। ਮੀਂਹ ਹਨੇਰੀਆਂ, ਛਾਂ ਧੁੱਪ ਗੜੇ ਸਾਰਾ ਕੁਝ ਝੱਲਿਆ। ਜਦੋਂ ਤਿਆਰ ਹੋ ਗਿਆ ਫਿਰ ਗੰਨੇ ਨੂੰ ਵੱਢਿਆ ਗਿਆ, ਉਹਦੀ ਖੋਰੀ ਲਾਹ ਦਿੱਤੀ, ਆਗ ਵੱਖਰੇ ਕਰ ਦਿੱਤੇ, ਅਤੇ ਫਿਰ ਵੇਲਣੇ ਦੇ ਵਿੱਚ ਗੰਨੇ ਨੂੰ ਪੀੜਿਆ ਗਿਆ। ਉਹਦੀ ਰੋਹ ਨਿਕਲੀ, ਕੜਾਹੇ ਵਿੱਚ ਪਾ ਕੇ ਰੋਹ ਨੂੰ ਉਬਾਲੇ ਦਿੱਤੇ, ਗੁੜ ਬਣਿਆ, ਅੱਗੇ ਹੋਰ ਕਈ ਕੁਝ ਬਣਦਾ, ਖੰਡ ਇਤਿਆਦਿਕ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੇਖੋ ਗੰਨੇ ਦੀ ਘਾਲਣਾ ਤਪੱਸਿਆ, ਗੰਨੇ ਵਿੱਚ ਮਿਠਾਸ ਹੈ ਅਤੇ ਉਹਦੀ ਤਪੱਸਿਆ, ਉਹਦੀ ਘਾਲਣਾ ਵੱਲ ਤਾਂ ਤੱਕੋ। ਦੁੱਖਾਂ ਸੁੱਖਾਂ ਦੇ ਵਿੱਚ ਉਹਨੇ ਸਬਰ ਕੀਤਾ ਹੈ, ਕੜਾਹੇ ਵਿੱਚ ਪੈ ਕੇ ਉਬਾਲੇ ਖਾਂਦਾ ਹੈ। ਉਹ ਜਿਹੜੀ ਰੋਹ ਹੈ ਜਗਤ ਧਨ ਧਨ ਕਹਿੰਦਾ ਹੈ। ਗੁੜ ਸ਼ੱਕਰ ਖੰਡ ਮਿਸਰੀ, ਗੁਰਮੁਖ ਸੁਖ ਫਲ ਸਭ ਰਸ ਬੰਨਾ। ਗੁੜ ਬਣਦਾ, ਅੱਗੇ ਖੰਡ ਬਣਦੀ ਹੈ, ਸ਼ੱਕਰ ਬਣਦੀ ਹੈ, ਮਿਸ਼ਰੀ ਬਣਦੀ ਹੈ, ਹੋਰ ਮਠਿਆਈਆਂ ਬਣਦੀਆਂ, ਦੁਕਾਨਾਂ 'ਤੇ ਪਹੁੰਚਦੀਆਂ ਅਤੇ ਲੋਕਾਂ ਦੇ ਮੁੱਖ ਤੱਕ ਪਹੁੰਚਦੀਆਂ ਫਿਰ ਮਿੱਠੇ ਪਦਾਰਥ। ਭਾਈ ਗੁਰਦਾਸ ਜੀ ਕਹਿੰਦੇ ਨੇ ਇਸੇ ਤਰ੍ਹਾਂ ਗੁੜ ਸ਼ੱਕਰ ਖੰਡ ਮਿਸ਼ਰੀ, ਗੁਰਮੁਖ ਸੁਖ ਫਲ ਸਭ ਰਸ ਬੰਨਾ। ਗੁੜ ਸ਼ੱਕਰ ਖੰਡ ਅਤੇ ਮਿਸ਼ਰੀ ਵਾਂਗੂ ਗੁਰਮੁਖ ਹਨ। ਜਿਵੇਂ ਇਹ ਚੀਜ਼ਾਂ ਸਾਰੀਆਂ ਗੰਨੇ ਤੋਂ ਬਣੀਆਂ ਨਾ, ਇਹਨਾਂ ਦਾ ਮੂਲ ਮੁੱਢ ਤਾਂ ਗੰਨਾ ਹੀ ਹੈ। ਗੁੜ ਸ਼ੱਕਰ ਖੰਡ ਮਿਸ਼ਰੀ ਇਹ ਮਿਠਾਸ ਵਾਲੇ ਪਦਾਰਥ ਨੇ। ਗੁਰਮੁਖ ਵੀ ਗੁੜ ਸ਼ੱਕਰ ਖੰਡ ਮਿਸ਼ਰੀ ਵਾਂਗੂ ਹਨ, ਸਾਰੇ ਸੁੱਖ ਫਲ ਅਤੇ ਸਾਰੇ ਰਸ ਬਣਾਉਣ ਵਾਲੇ ਹਨ ਗੁਰਮੁਖ। ਜਿਵੇਂ ਗੰਨੇ ਨੇ ਤਪੱਸਿਆ ਕੀਤੀ ਨਾ ਵੱਡੀ, ਦੁੱਖਾਂ ਸੁੱਖਾਂ ਵਿੱਚ ਸਬਰ ਕੀਤਾ, ਇਸੇ ਤਰ੍ਹਾਂ ਗੁਰਮੁਖ ਵੱਡਾ ਸਬਰ ਕਰਦੇ ਹੈ, ਗੁਰੂ ਦੇ ਬਚਨ ਕਮਾਉਂਦੇ ਹੈ, ਗੁਰੂ ਦੀ ਸੇਵਾ ਕਰਦੇ ਹੈ, ਵੱਡੀ ਘਾਲਣਾ ਘਾਲ ਕੇ ਉਹਨਾਂ ਦੇ ਵਿੱਚ ਇਹ ਮਿਠਾਸ ਆਉਂਦੀ ਹੈ। ਪਿਰਮ ਪਿਆਲਾ ਪੀਵਣਾ, ਮਰ ਮਰ ਜੀਵਨ ਥੀਵਣ ਗੰਨਾ। ਸਤਿਗੁਰੂ ਦੇ ਪ੍ਰੇਮ ਪਿਆਲੇ ਨੂੰ ਪੀ ਕੇ ਗੁਰਮੁਖ ਗੰਨੇ ਵਾਂਗੂ ਮਰ ਮਰ ਕੇ ਜੀਵਨ ਮੁਕਤ ਹੁੰਦੇ ਹੈ। ਗੰਨੇ ਨੇ ਬਹੁਤ ਦੁੱਖ ਸੁੱਖ ਸਹਾਰੇ ਨੇ, ਬੜੇ ਦੁੱਖ ਸਹਾਰੇ ਨੇ, ਤਪੱਸਿਆ ਕੀਤੀ ਹੈ, ਅਤੇ ਫਿਰ ਜਾ ਕੇ ਖੰਡ ਗੁੜ ਮਿਸ਼ਰੀ ਇਹ ਸਾਰੀਆਂ ਚੀਜ਼ਾਂ ਅੱਗੇ ਮਠਿਆਈਆਂ ਬਣੀਆਂ। ਗੁਰਮੁਖ ਦੇ ਜੀਵਨ ਦੇ ਵਿੱਚ ਉਹਦੀ ਰਸਨਾ ਵਿੱਚ ਤੁਸੀਂ ਮਿਠਾਸ ਪੁੱਛਦੇ ਹੋ। ਗੁਰਮੁਖ ਦੀ ਘਾਲਣਾ ਵੀ ਗੰਨੇ ਵਰਗੀ ਹੈ,
ਦੁੱਖਾਂ ਸੁੱਖਾਂ ਵਿੱਚ ਉਹ ਸਬਰ ਕਰਦਾ ਹੈ, ਸਦਾ ਰੱਬ ਨੂੰ ਚੇਤੇ ਕਰਦਾ ਹੈ, ਗੁਰੂ ਕੀ ਪਿਆਰੀ ਮਿੱਠੀ ਬਾਣੀ ਨੂੰ ਸਦਾ ਜਪਦਾ ਰਹਿੰਦਾ ਹੈ, ਨਾਮ ਦਾ ਰਸ ਲੈਂਦਾ ਰਹਿੰਦਾ ਹੈ, ਜਿਸ ਕਰਕੇ ਗੁਰਮੁਖ ਦੇ ਹਿਰਦੇ ਵਿੱਚ, ਗੁਰਮੁਖ ਦੀ ਰਸਨਾ ਦੇ ਵਿੱਚ ਮਿਠਾਸ ਹੈ। ਗੁਰਮੁਖ ਬੋਲ ਅਮੋਲ ਰਤਨਾ, ਸੋ ਗੁਰਮੁਖ ਦੇ ਬੋਲ ਅਮੋਲਕ ਰਤਨਾਂ ਵਾਂਗੂ ਹਨ। ਜਿਵੇਂ ਰਤਨ ਅਮੋਲਕ ਹੁੰਦੇ ਹੈ, ਇਸੇ ਤਰ੍ਹਾਂ ਗੁਰਮੁਖਾਂ ਦੇ ਬਚਨ ਅਮੋਲਕ ਰਤਨ ਹਨ, ਜੋ ਗੰਨੇ ਵਾਂਗੂ ਮਿੱਠੇ ਅਤੇ ਪਿਆਰੇ ਹਨ। ਅਗਲੀ 13ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ ਕਿ ਜਿਹੜੇ ਗੁਰਮੁਖ ਹਨ ਉਹ ਸਦਾ ਹੀ ਗੁਰੂ ਦੇ ਸ਼ਬਦ ਵਿੱਚ ਲੀਨ ਰਹਿੰਦੇ, ਗੁਰੂ ਵਿੱਚ ਅਭੇਦ ਹੋਏ ਰਹਿੰਦੇ, ਸਦਾ ਹੀ ਗੁਰੂ ਨੂੰ ਚੇਤੇ ਕਰਦੇ ਰਹਿੰਦੇ ਹੈ, ਔਰ ਅਖੀਰ ਉਹ ਗੁਰੂ ਦੇ ਵਿੱਚ ਹੀ ਲੀਨ ਹੋ ਜਾਂਦੇ ਹੈ। ਅਲੱਖ ਨੂੰ ਜਾਣ ਕੇ ਵੀ ਉਹ ਕਿਸੇ ਨੂੰ ਇਹ ਗੱਲ ਜਣਾਉਂਦੇ ਨਹੀਂ ਹਨ। ਗੁਰ ਦਰਿਆਓ ਅਮਾਓ ਹੈ, ਲੱਖ ਦਰਿਆਓ ਸਮਾਓ ਕਰਨ ਦਾ। ਗੁਰੂ ਰੂਪ ਦਰਿਆ ਮਿਣਤੀ ਤੋਂ ਰਹਿਤ ਹੈ। ਗੁਰੂ ਏਡਾ ਵੱਡਾ ਦਰਿਆ ਹੈ ਕਿ ਜਿਹਦੀ ਮਿਣਤੀ ਨਹੀਂ ਕੀਤੀ ਜਾ ਸਕਦੀ। ਲੱਖ ਦਰਿਆਓ ਸਮਾਓ ਕਰਨ ਦਾ, ਅਤੇ ਗੁਰੂ ਰੂਪ ਦਰਿਆ ਦੇ ਵਿੱਚ ਲੱਖਾਂ ਹੀ ਦਰਿਆਵਾਂ ਦੀ ਸਮਾਈ ਹੁੰਦੀ ਹੈ। ਭਾਵ ਲੱਖਾਂ ਹੀ ਸੇਵਕ ਗੁਰੂ ਦੇ ਵਿੱਚ ਸਮਾ ਜਾਂਦੇ ਹੈ। ਇਕਸ ਇਕਸ ਦਰਿਆਓ ਵਿੱਚ ਲੱਖ ਤੀਰਥ ਦਰਿਆਓ ਵਹਾਂਦਾ, ਅਤੇ ਉਸ ਇੱਕ ਇੱਕ ਦਰਿਆ ਦੇ ਵਿੱਚ ਲੱਖਾਂ ਹੀ ਤੀਰਥਾਂ ਦੇ ਦਰਿਆ ਵਗਦੇ ਹੈ। ਗੁਰੂ ਐਸਾ ਦਰਿਆ ਹੈ ਜਿਹਦੇ ਵਿੱਚ ਲੱਖਾਂ ਦਰਿਆ ਸਮਾਉਂਦੇ ਹੈ। ਲੱਖਾਂ ਦਰਿਆ ਸਮਾਉਣ ਵਾਲੇ ਕਿਹੜੇ ਨੇ? ਜਿਹੜੇ ਸੇਵਕ ਹਨ, ਗੁਰਮੁਖ ਹਨ। ਅਤੇ ਉਹ ਅੱਗੇ ਇੱਕ ਇੱਕ ਦਰਿਆ ਦੇ ਵਿੱਚ ਲੱਖਾਂ ਹੀ ਤੀਰਥ ਵਗਦੇ ਹੈ। ਮਤਲਬ ਕਿ ਗੁਰੂ ਦੇ ਇੱਕ ਸਿੱਖ ਗੁਰਮੁਖ ਦੇ ਦਰਸ਼ਨ ਜਿਹੜੇ ਹੈ ਉਹ ਲੱਖਾਂ ਹੀ ਤੀਰਥਾਂ ਵਰਗੇ ਫਲਦਾਇਕ ਹਨ। ਇੰਨਾ ਮਹਾਤਮ ਹੈ ਗੁਰੂ ਕੇ ਸਿੱਖ ਦੇ ਦਰਸ਼ਨਾਂ ਦਾ। ਇਕਤ ਇਕਤ ਵਾਹੜੈ, ਕੁਦਰਤ ਲੱਖ ਤਰੰਗ ਉਠੰਦਾ, ਅਤੇ ਉਹਨਾਂ ਦੇ ਇੱਕ ਇੱਕ ਪ੍ਰਵਾਹ ਦੇ ਵਿੱਚ ਜਿਹੜੇ ਗੁਰੂ ਕੇ ਸਿੱਖ ਨੇ ਨਾ, ਸੇਵਕ ਗੁਰਮੁਖ, ਇਹ ਜਿਹੜੇ ਦਰਿਆ ਨੇ, ਇਹਨਾਂ ਦੇ ਇੱਕ ਇੱਕ ਪ੍ਰਵਾਹ ਦੇ ਵਿੱਚ ਵਾਹੜ ਹੈ। ਭਾਵ ਉਹਨਾਂ ਦੇ ਇੱਕ ਇੱਕ ਬਚਨ ਦੇ ਵਿੱਚ ਕੁਦਰਤ ਲੱਖ ਤਰੰਗ ਉਠੰਦਾ, ਲੱਖਾਂ ਕੁਦਰਤੀ ਤਰੰਗ ਲਹਿਰ ਉੱਠਦੇ ਹੈ। ਭਾਵ ਇਹ ਹੈ ਵੀ ਗੁਰਮੁਖ ਦੀ ਸੰਗਤ ਲੱਖਾਂ ਨੂੰ ਹੀ ਤਾਰ ਦਿੰਦੀ ਹੈ। ਇੱਕ ਗੁਰਮੁਖ ਦੀ ਲੱਖਾਂ ਨੇ ਸੰਗਤ ਕੀਤੀ, ਉਹ ਸੰਸਾਰ ਤੋਂ ਤਰ ਜਾਂਦੇ ਹੈ। ਸਾਇਰ ਸਣ ਰਤਨਾਵਲੀ, ਚਾਰ ਪਦਾਰਥ ਮੀਨ ਤਰੰਦਾ। ਜਿਹੜਾ ਸਾਇਰ ਸਮੁੰਦਰ ਹੈ, ਸਣ ਰਤਨਾਵਲੀ, ਰਤਨਾਂ ਦੀ ਪੰਕਤੀ ਦੇ ਸਮੇਤ, ਚਾਰ ਪਦਾਰਥਾਂ ਦੇ ਸਮੇਤ, ਮੀਨ ਤਰੰਦਾ, ਅਤੇ ਇੱਕ ਮੱਛੀ ਵਾਂਗੂ ਗੁਰੂ ਦਰਿਆ ਦੇ ਵਿੱਚ ਤਰਦਾ ਹੈ। ਸਮੁੰਦਰ ਦੇ ਵਿੱਚ ਅਮੋਲਕ ਰਤਨ ਹਨ। ਭਾਈ ਗੁਰਦਾਸ ਜੀ ਕਹਿੰਦੇ ਸਮੁੰਦਰ ਰਤਨਾਂ ਦੀ ਪੰਕਤੀ ਅਤੇ ਚਾਰ ਪਦਾਰਥਾਂ ਦੇ ਸਮੇਤ ਗੁਰੂ ਦਰਿਆ ਦੇ ਵਿੱਚ ਸਮਾਉਂਦਾ ਹੈ, ਉਹਦੇ ਵਿੱਚ ਮੱਛੀ ਵਾਂਗੂ ਤਰਦਾ ਹੈ। ਭਾਵ ਇਹ ਹੈ ਕਿ ਗੁਰੂ ਦੇ ਜਿਹੜੇ ਬਚਨ ਨੇ ਉਹ ਸਮੁੰਦਰ ਦੇ ਰਤਨਾਂ ਜਵਾਹਰਾਤਾਂ ਤੋਂ ਕਿਤੇ ਜ਼ਿਆਦਾ ਅਮੋਲਕ ਹਨ। ਇਹ ਗੁਰੂ ਸਮੁੰਦਰ ਦੇ ਵਿੱਚ, ਇਹ ਤਾਂ ਮੱਛੀ ਵਾਂਗੂ ਤਰਦਾ ਹੈ। ਬੜੇ ਕੀਮਤੀ ਰਤਨ ਨੇ ਗੁਰੂ ਦਰਿਆ ਦੇ ਵਿੱਚ। ਇਕਤ ਲਹਿਰ ਨ ਪੁੱਜਨੀ, ਕੁਦਰਤ ਅੰਤ ਨ ਅੰਤ ਲਹੰਦਾ। ਇਹ ਜਿਹੜੇ ਸਮੁੰਦਰ ਦੇ ਰਤਨ ਅਤੇ ਚਾਰ ਪਦਾਰਥ ਹਨ, ਧਰਮ ਅਰਥ ਕਾਮ ਮੋਖ, ਇਹ ਸਾਰੇ ਗੁਰੂ ਦਰਿਆ ਦੀ ਇੱਕ ਲਹਿਰ ਦੀ ਬਰਾਬਰਤਾ ਨਹੀਂ ਕਰ ਸਕਦੇ। ਗੁਰੂ ਦਰਿਆ ਦੀ ਇੱਕ ਲਹਿਰ ਦਾ ਮਤਲਬ ਭਾਵ ਅਰਥ ਹੈ ਗੁਰੂ ਦਾ ਬਚਨ। ਸਾਰੇ ਰਤਨ, ਚਾਰੇ ਪਦਾਰਥ ਗੁਰੂ ਦੇ ਇੱਕ ਬਚਨ ਦੇ ਬਰਾਬਰ ਨਹੀਂ ਪੁੱਜ ਸਕਦੇ।
गुरु का वचन एडा अमोलक, एडा कीमती है। कुदरत अंत ना अंत लहंदा, ते जो कुदरत गुरु की ताकत है, समर्था है, ਉਹਦਾ ਅੰਤ ਨਾ ਪਹਿਲਾਂ ਕਿਸੇ ਨੇ ਪਾਇਆ, ਨਾ ਕੋਈ ਅੱਜ ਪਾ ਸਕਦਾ ਹੈ, ਨਾ ਅੱਗੇ ਪਾਵੇਗਾ। ਸੋ ਗੁਰੂ ਦੀ ਤਾਕਤ, ਗੁਰੂ ਦੀ ਸ਼ਕਤੀ, ਗੁਰੂ ਦੇ ਬਲ ਨੂੰ ਨਾ ਕੋਈ ਪਹਿਲਾਂ ਉਹਦਾ ਅੰਤ ਪਾ ਸਕਿਆ, ਨਾ ਹੁਣ ਪਾ ਸਕਦਾ, ਅਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ। ਅਥਵਾ ਕੁਦਰਤ ਅੰਤ ਨਾ ਅੰਤ ਲਹੰਦਾ, ਜੋ ਕੁਦਰਤ ਹੈ ਨਾ ਪਰਮੇਸ਼ਰ ਦੀ, ਕੁਦਰਤ ਦੇ ਅੰਤ ਦਾ ਅੰਤ ਕੋਈ ਨਹੀਂ ਜਾਣ ਸਕਦਾ। ਪਿਰਮ ਪਿਆਲੇ ਇੱਕ ਬੂੰਦ, ਗੁਰਮੁਖ ਵਿਰਲਾ ਅਜਰ ਜਰੰਦਾ। ਸਤਿਗੁਰੂ ਜੀ ਦੇ ਪ੍ਰੇਮ ਪਿਆਲੇ ਦੀ ਇੱਕ ਜਿਹੜੀ ਬੂੰਦ ਹੈ ਉਹ ਅਜਰ ਵਸਤੂ ਹੈ, ਅਤੇ ਵਿਰਲਾ ਹੀ ਗੁਰਮੁਖ ਹੈ ਸੰਸਾਰ ਦੇ ਵਿੱਚ ਜਿਹੜਾ ਇਸ ਅਜਰ ਵਸਤੂ ਨੂੰ ਜਰ ਲੈਂਦਾ ਹੈ, ਸਹਾਰ ਲੈਂਦਾ। ਨਹੀਂ ਤਾਂ ਬਹੁਤੇ ਉਛਲ ਜਾਂਦੇ ਨੇ, ਥੋੜ੍ਹੀ ਜਿਹੀ ਕੋਈ ਸਮਰੱਥਾ ਆਈ ਅਤੇ ਉਹ ਆਪਾ ਜਣਾਉਣ ਲੱਗ ਪੈਂਦੇ ਹੈ। ਪ੍ਰੇਮ ਪਿਆਲੇ ਦੀ ਅਜਰ ਬੂੰਦ ਨੂੰ ਗੁਰਮੁਖ ਜਰਦੇ ਹੈ। ਅਲਖ ਲਖਾਏ ਨਾ ਅਲਖ ਲਖੰਦਾ, ਗੁਰਮੁਖ ਅਲਖ ਨੂੰ ਲਖਾਏ ਜਾਣ ਲੈਂਦੇ ਹੈ, ਪਰ ਉਸ ਅਲਖ ਸਰੂਪ ਨੂੰ ਜਾਣ ਕੇ ਵੀ ਉਹ ਇਹ ਗੱਲ ਜਣਾਉਂਦੇ ਨਹੀਂ ਵੀ ਅਸੀਂ ਉਸ ਨੂੰ ਜਾਣ ਲਿਆ ਹੈ, ਮੈਂ ਕੁਝ ਪ੍ਰਾਪਤ ਕਰ ਲਿਆ ਹੈ। ਉਹ ਬਿਲਕੁਲ ਨਹੀਂ ਜਣਾਉਂਦੇ ਹਨ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੂਛੇ ਤੇ ਕਿਆ ਕਹੀਐ। ਉਹ ਨਾ ਦੱਸਦੇ ਹੈ, ਨਾ ਦੱਸ ਸਕਦੇ ਹੈ। ਜਿਨ ਹਰ ਪਾਇਓ ਤਿਨਹਿ ਛਪਾਇਓ, ਤੋ ਉਹ ਹਮੇਸ਼ਾ ਹੀ ਛੁਪ ਕੇ ਰਹਿੰਦੇ ਹੈ, ਆਪਣਾ ਆਪ ਜਣਾਉਂਦੇ ਨਹੀਂ ਹਨ। 14ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ, ਨਿਰੰਕਾਰ ਉਹ ਬੇਅੰਤ ਹੈ, ਉਸ ਦਾ ਅੱਜ ਤੱਕ ਕਿਸੇ ਨੇ ਵੀ ਅੰਤ ਨਹੀਂ ਪਾਇਆ। ਬ੍ਰਹਮੇ ਥੱਕੇ ਵੇਦ ਪੜ੍ਹ, ਇੰਦਰ ਇੰਦਾਸਣ ਰਾਜ ਕਰਨ ਦੇ। ਪਰਮਾਤਮਾ ਬੇਅੰਤ ਹੈ, ਵੱਡੇ ਵੱਡੇ ਦੇਵ ਪੁਰਸ਼ ਆਏ, ਉਹ ਧਰਮ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਹਾਰ ਹੰਭ ਗਏ, ਪਰ ਨਿਰੰਕਾਰ ਦਾ ਕਿਸੇ ਨੇ ਅੱਜ ਤੱਕ ਅੰਤ ਨਹੀਂ ਪਾਇਆ। ਗੁਰਬਾਣੀ ਦਾ ਬਚਨ ਹੈ, ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ। ਹਨੂਮਾਨ ਸਰ ਗਰੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਕੋਈ ਵੀ ਪਰਮਾਤਮਾ ਦਾ ਭੇਦ ਨਹੀਂ ਜਾਣ ਸਕਿਆ। ਮਹਿਮਾ ਨਾ ਜਾਣਹਿ ਵੇਦ, ਬ੍ਰਹਮੇ ਨਹੀਂ ਜਾਣਹਿ ਭੇਦ। ਅਵਤਾਰ ਨਾ ਜਾਣਹਿ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਉਹ ਬੇਅੰਤ ਹੈ, ਕੋਈ ਉਹਦਾ ਅੰਤ ਨਹੀਂ ਜਾਣ ਸਕਦਾ। ਸੰਕਰਾ ਨਹੀਂ ਜਾਣਹਿ ਭੇਵ, ਖੋਜ ਹਾਰੇ ਦੇਵ। ਦੇਵੀਆ ਨਹੀਂ ਜਾਣੈ ਮਰਮ, ਸਭ ਉਪਰ ਅਲਖ ਪਾਰ ਬ੍ਰਹਮ। ਨਾ ਕੋਈ ਸ਼ਿਵ ਜੀ, ਨਾ ਕੋਈ ਦੇਵੀ, ਨਾ ਕੋਈ ਦੇਵਤਾ, ਕੋਈ ਉਹਦਾ ਭੇਦ ਨਹੀਂ ਜਾਣ ਸਕਿਆ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਬ੍ਰਹਮੇ ਥੱਕੇ ਵੇਦ ਪੜ੍ਹ। ਇੱਕ ਦੋ ਨਹੀਂ, ਕਈ ਬ੍ਰਹਮੇ ਵੇਦਾਂ ਨੂੰ ਪੜ੍ਹ ਪੜ੍ਹ ਕੇ ਥੱਕ ਗਏ। ਇਹ ਇੰਦਰ ਇੰਦਾਸਣ ਰਾਜ ਕਰਨ ਦੇ, ਅਤੇ ਕਈ ਇੰਦਰ ਜਿਹੜੇ ਹੈ ਉਹ ਇੰਦਰਪੁਰੀ ਦਾ ਰਾਜ ਕਰ ਕਰਕੇ ਥੱਕ ਗਏ, ਪਰ ਰੱਬ ਦਾ ਭੇਦ ਨਹੀਂ ਪਾ ਸਕੇ। ਮਹਾਂਦੇਵ ਅਵਧੂਤ ਹੋਏ, 10 ਅਵਤਾਰੀ ਬਿਸ਼ਨ ਭਵੰਦੇ। ਕਈ ਸ਼ਿਵ ਜੀ ਤਿਆਗੀ ਹੋ ਕੇ ਫਿਰਦੇ ਰਹੇ, ਕੈਲਾਸ ਪਰਬਤ 'ਤੇ ਸਮਾਧੀਆਂ ਲਾਉਂਦੇ ਰਹੇ, ਅਤੇ ਕਈ ਵਿਸ਼ਨੂੰ 10 ਅਵਤਾਰ ਦਾ ਰੂਪ ਧਾਰਦੇ ਰਹੇ ਵਾਰ-ਵਾਰ, ਪਰ ਉਹ ਪ੍ਰਭੂ ਦਾ ਭੇਦ ਨਹੀਂ ਪਾ ਸਕੇ। ਸਿੱਧਨਾਥ ਜੋਗੀਸਰਾਂ, ਦੇਵੀ ਦੇਵ ਨ ਭੇਵ ਲਹੰਦੇ। ਸਿੱਧਾਂ ਨੇ, ਨਾਥਾਂ ਨੇ, ਜੋਗੀਸਰਾਂ ਜੋ ਜੋਗੀਆਂ ਦੇ ਵੱਡੇ ਈਸ਼ਵਰ ਉਹਨਾਂ ਨੇ, ਅਤੇ ਹੋਰ ਦੇਵੀਆਂ ਦੇਵਤਿਆਂ ਨੇ, ਕਿਸੇ ਨੇ ਵੀ ਪ੍ਰਭੂ ਦੇ ਭੇਦ ਨੂੰ ਨਹੀਂ ਪਾਇਆ। ਕੋਈ ਵੀ ਪਰਮਾਤਮਾ ਦੇ ਭੇਦ ਨੂੰ ਨਹੀਂ ਪਾ ਸਕਿਆ। ਤਪੇ ਤਪੀਸਰ ਤੀਰਥਾਂ,
ਜਤੀ ਸਤੀ ਦੇਹ ਦੁਖ ਸਹੰਦੇ। ਤਪੇ ਤਪੀਸਰ ਤੀਰਥਾਂ, ਜਿਹੜੇ ਤਪੀਸ਼ਰ ਲੋਕ ਸਨ ਉਹਨਾਂ ਨੇ ਤੀਰਥਾਂ 'ਤੇ ਵੱਡੇ ਤਪ ਕੀਤੇ ਲੰਮਾ ਸਮਾਂ। ਇਸੇ ਤਰ੍ਹਾਂ ਜਤੀ ਲੋਕ ਸਤੀ ਲੋਕ ਇਹ ਆਪਣੀ ਦੇਹੀ ਤੇ ਸਰੀਰ 'ਤੇ ਅਨੇਕ ਤਰ੍ਹਾਂ ਦੇ ਦੁੱਖ ਸਹਾਰਦੇ ਰਹੇ, ਪਰ ਪ੍ਰਭੂ ਦਾ ਭੇਦ ਨਹੀਂ ਜਾਣ ਸਕੇ। ਸੇਖ ਨਾਗ ਸਭ ਰਾਗ ਮਿਲ, ਸਿਮਰਨ ਕਰ ਨਿਤ ਗੁਣ ਗਾਵੰਦੇ। ਸ਼ੇਸ਼ ਨਾਗ ਜਿਹੜਾ ਹੈ ਸਾਰੇ ਰਾਗ ਰਾਗਣੀਆਂ ਦੇ ਸਹਿਤ ਮਿਲ ਕੇ ਪਰਮਾਤਮਾ ਦੇ ਨਿਤ ਨਵੇਂ ਨਾਂ ਉਚਾਰਦਾ ਰਿਹਾ, ਉਹਦੇ ਗੁਣ ਗਾਉਂਦਾ ਰਿਹਾ, ਪਰ ਸਾਰੇ ਮਿਲ ਕੇ ਵੀ ਪ੍ਰਭੂ ਦਾ ਭੇਦ ਨਹੀਂ ਪਾ ਸਕੇ। ਸ਼ੇਸ਼ ਨਾਗ ਸੋ ਨਿਤ ਪ੍ਰਭੂ ਦੇ ਗੁਣ ਗਾਉਂਦਾ ਹੈ। ਸਾਰੇ ਰਾਗ ਰਾਗਣੀਆਂ ਆਪਣੇ ਪਰਿਵਾਰ ਸਮੇਤ ਰੱਬ ਨੂੰ ਚੇਤੇ ਕਰਦੇ ਹੈ, ਪਰ ਇਹਨਾਂ ਵਿੱਚੋਂ ਕੋਈ ਵੀ ਪ੍ਰਭੂ ਦਾ ਭੇਦ ਨਹੀਂ ਜਾਣ ਸਕਿਆ। ਵੱਡ ਭਾਗੀ ਗੁਰ ਸਿੱਖ ਜਗ, ਸ਼ਬਦ ਸੁਰਤ ਸਤ ਸੰਗ ਮਿਲੰਦੇ। ਭਾਈ ਗੁਰਦਾਸ ਜੀ ਹੁਣ ਦੱਸਦੇ ਆ ਗੁਰੂ ਕੇ ਸਿੱਖ ਜਿਹੜੇ ਹੈ ਸੰਸਾਰ ਵਿੱਚ ਵੱਡਿਆਂ ਭਾਗਾਂ ਵਾਲੇ। ਸਾਰਿਆਂ ਦਾ ਜ਼ਿਕਰ ਕੀਤਾ, ਦੇਵੀ ਦੇਵਤਿਆਂ, ਸ਼ਿਵ ਜੀ, ਵਿਸ਼ਨੂੰ, ਬ੍ਰਹਮਾ ਦਾ। ਤਪ ਕਰਦੇ ਰਹੇ, ਕੋਈ ਵੇਦਾਂ ਨੂੰ ਪੜ੍ਹਦਾ ਰਿਹਾ, ਕੋਈ ਵਾਰ-ਵਾਰ ਅਵਤਾਰ ਧਾਰਦਾ ਰਿਹਾ, ਪਰ ਇਹਨਾਂ ਸਾਰਿਆਂ ਤੋਂ ਗੁਰੂ ਕੇ ਸਿੱਖ ਮਹਾਨ ਹਨ। ਕਿਉਂ? ਉਹਦਾ ਕਾਰਨ ਦੱਸਦੇ ਨੇ। ਵੱਡ ਭਾਗੀ ਗੁਰ ਸਿੱਖ ਜਗ, ਜਗਤ ਦੇ ਵਿੱਚ ਗੁਰੂ ਕੇ ਸਿੱਖ ਵੱਡੇ ਭਾਗਾਂ ਵਾਲੇ ਹਨ। ਸ਼ਬਦ ਸੁਰਤ ਸਤ ਸੰਗ ਮਿਲੰਦੇ, ਜੋ ਸ਼ਬਦ ਵਿੱਚ ਸੁਰਤ ਨੂੰ ਜੋੜ ਕੇ ਸਤ ਸੰਗਤ ਵਿੱਚ ਮਿਲਦੇ ਹੈ, ਸ਼ਬਦ ਦਾ ਰਸ ਪ੍ਰਾਪਤ ਕਰਦੇ ਹੈ, ਸ਼ਬਦ ਦਾ ਆਨੰਦ ਮਾਣਦੇ ਹੈ। ਤਾਂ ਗੁਰੂ ਕੇ ਸਿੱਖ ਸਭ ਤੋਂ ਵੱਡਿਆਂ ਭਾਗਾਂ ਵਾਲੇ ਨੇ। ਸਬਦੂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਣੀ ਸਿੱਖ ਪੜ੍ਹਤਿਆ। ਮਹਾਰਾਜ ਦਾ ਬਚਨ ਹੈ, ਦੁਨੀਆ 'ਚ ਸਭ ਤੋਂ ਵੱਡੇ ਭਾਗ ਗੁਰੂ ਕੇ ਸਿੱਖਾਂ ਦੇ ਹਨ। ਕਿਹੜੇ ਸਿੱਖਾਂ ਦੇ? ਜੋ ਗੁਰ ਚਰਣੀ ਸਿੱਖ ਪੜ੍ਹਤਿਆ, ਜਿਹੜੇ ਗੁਰੂ ਦੇ ਚਰਨਾਂ 'ਤੇ ਪੈਂਦੇ ਹੈ, ਗੁਰੂ ਚਰਨੀ ਲੱਗਦੇ ਹੈ, ਉਹ ਨੇ ਵੱਡਿਆਂ ਭਾਗਾਂ ਵਾਲੇ। ਸ਼ਬਦ ਸੁਰਤ ਦਾ ਮਿਲਾਪ ਕਰਦੇ ਹੈ। ਗੁਰਮੁਖ ਸੁਖ ਫਲ ਅਲਖ ਲਖੰਦੇ, ਗੁਰਮੁਖ ਸੁਖ ਫਲ ਪ੍ਰਾਪਤ ਕਰਕੇ ਅਲਖ ਪ੍ਰਭੂ ਨੂੰ ਜਾਣ ਲੈਂਦੇ ਹਨ। 15ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਗੁਰਮੁਖਾਂ ਦੇ ਵਿੱਚ ਵੱਡਾ ਗੁਣ ਹੈ, ਉਹ ਨਿਮਰਤਾ ਧਾਰਨ ਕਰਕੇ ਰਹਿੰਦੇ ਹੈ, ਹੰਕਾਰੀ ਨਹੀਂ ਹੁੰਦੇ। ਸਿਰ ਤਲਵਾਇਆ ਬਿਰਖ ਹੈ, ਹੋਏ ਸਹਿਸ ਫਲ ਸੁਫਲ ਫਲੰਦਾ। ਪਹਿਲੀ ਉਦਾਹਰਣ ਦਿੰਦੇ ਹੈ ਭਾਈ ਗੁਰਦਾਸ ਸਾਹਿਬ ਜੀ। ਸਿਰ ਤਲਵਾਇਆ ਬਿਰਖ ਹੈ, ਜਿਹੜਾ ਰੁੱਖ ਹੈ ਉਹਦਾ ਸਿਰ ਹੇਠਾਂ ਨੂੰ ਹੈ, ਪੈਰ ਉੱਪਰ ਨੂੰ ਹੈ, ਅਤੇ ਇਸ ਤਰ੍ਹਾਂ ਉਹ ਨਿਮਰਤਾ ਧਾਰ ਕੇ ਹਜ਼ਾਰਾਂ ਫਲਾਂ ਦੇ ਸਹਿਤ ਹੋ ਕੇ ਫਲਦਾ ਹੈ। ਗੁਰਮੁਖ ਵੀ ਨਿਮਰਤਾ ਧਾਰ ਕੇ ਗੁਣਾ ਰੂਪ ਹਜ਼ਾਰਾਂ ਫਲਾਂ ਦੇ ਸਹਿਤ ਫਲਦਾ ਹੈ। ਬਾਣੀ ਦਾ ਬਚਨ ਹੈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਨਿਵੈ ਸੋ ਗੌਰਾ ਹੋਏ। ਸੋ ਜਿਹੜਾ ਨਿਉਂਦਾ ਉਹ ਭਾਰੀ ਹੈ। ਨਿਰਮਲ ਨੀਰ ਵਖਾਣੀਐ, ਸਿਰ ਨੀਵਾਂ ਨੀਵਾਨ ਚਲੰਦਾ। ਪਾਣੀ ਨਿਰਮਲ ਪਵਿੱਤਰ ਕਿਹਾ ਜਾਂਦਾ ਹੈ। ਕਿਉਂ? ਸਿਰ ਨੀਵਾਂ ਨੀਵਾਨ ਚੱਲਣ ਦਾ, ਔਰ ਉਹ ਸਿਰ ਨੀਵਾਂ ਕਰਕੇ ਨੀਵੇਂ ਵਾਲੇ ਪਾਸੇ ਵਹਿੰਦਾ ਹੈ, ਚੱਲਦਾ ਹੈ। ਇਸ ਲਈ ਪਾਣੀ ਪਵਿੱਤਰ ਹੈ। ਪਾਣੀ ਜੀਵਨ ਹੈ ਸਾਰਿਆਂ ਦਾ, ਉਹਦੇ ਵਿੱਚ ਨਿਮਰਤਾ ਹੈ, ਉਹ ਨੀਵੇਂ ਵਾਲੇ ਪਾਸੇ ਨੂੰ ਚੱਲਦਾ ਹੈ। ਸਿਰ ਉੱਚਾ ਨੀਵੇਂ ਚਰਨ, ਗੁਰਮੁਖ ਪੈਰੀ ਸੀਸ ਪਵੰਦਾ। ਸਿਰ ਉੱਚਾ ਹੈ, ਨੀਵੇਂ ਚਰਨ, ਤੇ ਚਰਨ ਨੀਵੇਂ ਹਨ। ਗੁਰਮੁਖ ਪੈਰੀ ਸੀਸ ਪਵੰਦਾ। ਸੋ ਗੁਰਮੁਖ ਗੁਰੂ ਦੇ ਪੈਰੀ ਸੀਸ ਰੱਖਦਾ ਹੈ, ਅਥਵਾ ਜਿਹੜਾ ਗੁਰਮੁਖ ਹੈ ਉਹ ਗੁਰਮੁਖ ਦੇ ਪੈਰੀ ਝੁਕਦਾ ਹੈ, ਉਹਦੇ ਚਰਨਾਂ 'ਤੇ ਨਮਸਕਾਰ ਕਰਦਾ ਹੈ।
ਸਿਰ ਉੱਚਾ ਨੀਵੇਂ ਚਰਨ ਗੁਰਮੁਖ ਪੈਰੀ ਸੀਸ ਪਵੰਦਾ। ਸੋ ਗੁਰਮੁਖਾਂ ਦੇ ਪੈਰੀ ਹੀ ਇਹ ਸੀਸ ਪੈਂਦਾ ਹੈ, ਕਿਉਂਕਿ ਚਰਨ ਨੀਵੇਂ ਨੇ। ਚਰਨਾਂ ਨੂੰ ਨਮਸਕਾਰ ਹੁੰਦੀ ਹੈ, ਸਿਰ ਨੂੰ ਨਹੀਂ। ਸਬਦੂ ਨੀਵੀਂ ਧਰਤ ਹੋਏ, ਅਨ ਧਨ ਸਭ ਸਹਿ ਸਾਰ ਸਹੰਦਾ। ਸਾਰਿਆਂ ਤੋਂ ਨੀਵੀਂ ਇਹ ਧਰਤੀ ਹੈ, ਅਤੇ ਇਹ ਧਰਤੀ ਅੰਨ ਧਨ ਦੀ ਸਾਰਿਆਂ ਦੀ ਖਬਰ ਸਾਰ ਲੈਂਦੀ ਹੈ। ਅੰਨ ਦਿੰਦੀ ਹੈ, ਧਨ ਦਿੰਦੀ ਹੈ, ਭੋਜਨ ਦਿੰਦੀ ਹੈ। ਇਹ ਜ਼ਮੀਨ ਦੇ ਵਿੱਚੋਂ ਹੀ ਅਨਾਜ ਪੈਦਾ ਹੁੰਦਾ ਹੈ, ਸਾਰਿਆਂ ਦਾ ਪੇਟ ਭਰਦੀ ਹੈ। ਤਾਂ ਹੀ ਸਾਹਿਬ ਨੇ ਕਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਧਰਤੀ ਮਾਤਾ ਹੈ। ਬੱਚੇ ਦੇ ਜਨਮ ਤੋਂ ਪਹਿਲਾਂ ਵੀ ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਪਲਦਾ ਹੈ, ਖੁਰਾਕ ਉਸ ਨੂੰ ਮਾਂ ਤੋਂ ਹੀ ਮਿਲਦੀ ਹੈ, ਨਾੜੂਏ ਰਾਹੀਂ। ਜਨਮ ਲੈਂਦਿਆਂ ਸਾਰ ਉਹ ਰੋਟੀ ਨਹੀਂ ਖਾਣ ਲੱਗ ਪੈਂਦਾ, ਮਾਂ ਹੀ ਉਸ ਨੂੰ ਦੁੱਧ ਪਿਲਾਉਂਦੀ ਹੈ, ਖੁਰਾਕ ਦਿੰਦੀ ਹੈ ਮਾਂ ਉਸ ਨੂੰ। ਤੋ ਧਰਤੀ ਸਾਰਿਆਂ ਨੂੰ ਭੋਜਨ ਦਿੰਦੀ ਹੈ, ਪਰਵਰਿਸ਼ ਕਰਦੀ ਹੈ, ਅੰਨ ਧਨ ਦੀ ਸਾਰ ਲੈਂਦੀ ਹੈ। ਇਹ ਮਾਂ ਹੈ। ਧਰਤੀ ਮਾਂ ਦੀ ਗੋਦ ਵਿੱਚ ਅਸੀਂ ਸਾਰੇ ਖੇਡਦੇ ਹਾਂ। ਸੋ ਭਾਈ ਗੁਰਦਾਸ ਜੀ ਕਹਿੰਦੇ, ਵੇਖੋ ਸਬਦੂ ਨੀਵੀਂ ਧਰਤ ਹੋਏ। ਧਰਤੀ ਸਾਰਿਆਂ ਤੋਂ ਨੀਵੀਂ ਹੈ, ਅਤੇ ਅੰਨ ਧਨ ਦੀ ਸਾਰਿਆਂ ਦੀ ਇਹ ਖਬਰ ਸਾਰ ਲੈਂਦੀ ਹੈ। ਅੰਨ ਧਨ ਸਭ ਸਹਿ ਸਾਰ ਸਹੰਦਾ। ਸਾਰ ਦਾ ਅਰਥ ਖਬਰ, ਸਾਰਿਆਂ ਦੀ ਇਹ ਖਬਰ ਸਾਰ ਲੈਂਦੀ ਹੈ। ਦੂਜਾ ਪਾਠ ਇਸ ਤਰ੍ਹਾਂ ਵੀ ਵਿਦਵਾਨ ਕਰਦੇ ਹੈ, ਸਭ ਸਹਿਸਾਰ ਸਹੰਦਾ। ਸਹਿਸਾਰ ਇਕੱਠਾ ਕਰਕੇ ਵੀ ਸਾਰੇ ਸੰਸਾਰ ਦੀ ਇਹ ਪਰਵਰਿਸ਼ ਕਰਦੀ ਹੈ ਅੰਨ ਧਨ ਦੇ ਕੇ। ਧਨ ਧਰਤੀ ਉਹ ਥਾਉ ਧਨ, ਗੁਰ ਸਿੱਖ ਸਾਧੂ ਪੈਰ ਧਰੰਦਾ। ਉਹ ਧਰਤੀ, ਉਹ ਥਾਂ ਧਨ ਹੈ, ਪੂਜਣਯੋਗ ਹੈ, ਜਿੱਥੇ ਗੁਰ ਸਿੱਖ ਸਾਧੂ ਪੈਰ ਧਰੰਦਾ। ਜਿੱਥੇ ਗੁਰੂ ਦਾ ਸਿੱਖ ਸਾਧੂ ਬੰਦਗੀ ਵਾਲਾ ਪੈਰ ਧਰ ਦਿੰਦਾ, ਆਪਣੇ ਚਰਨ ਮੁਬਾਰਕ ਚਰਨ ਪਾ ਦਿੰਦਾ, ਉਹ ਥਾਂ ਧਨ ਹੈ। ਉਹ ਅਸਥਾਨਾਂ 'ਤੇ ਰਹਿਮਤਾਂ ਵਰਤਦੀਆਂ ਨੇ। ਉੱਥੇ ਸਦਾ ਲਈ ਧਰਮਸ਼ਾਲ ਸਤ ਸੰਗਤ ਕਾਇਮ ਹੋ ਜਾਂਦੀ ਹੈ। ਜਿੱਥੇ ਜਿੱਥੇ ਗੁਰੂ ਨੇ ਚਰਨ ਪਾਏ, ਜਿੱਥੇ ਬਾਬਾ ਪੈਰ ਧਰ ਪੂਜਾ ਆਸਣ ਥਾਪਣ ਸੋਆ। ਭਾਈ ਗੁਰਦਾਸ ਜੀ ਨੇ ਲਿਖਿਆ, ਜਿੱਥੇ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ, ਉਹ ਅਸਥਾਨ ਪੂਜਨੀਕ ਬਣੇ। ਸੰਗਤਾਂ ਉਸ ਅਸਥਾਨ ਦੀ ਖਾਕ ਨੂੰ ਮਸਤਕ 'ਤੇ ਲਾਉਂਦੀਆਂ ਨੇ, ਅਤੇ ਜਿਹੜੇ ਗੁਰੂ ਦੇ ਸਿੱਖ ਗੁਰੂ ਦੇ ਨਾਲ ਮਿਲੇ ਹੋਏ ਆ, ਭੇਦ ਹੋਏ ਆ, ਜਦੋਂ ਬੰਦਗੀ ਵਾਲੀਆਂ ਰੂਹਾਂ ਕਿਸੇ ਥਾਂ 'ਤੇ ਚਰਨ ਪਾ ਦਿੰਦੀਆਂ ਨੇ, ਉਹਨਾਂ ਅਸਥਾਨਾਂ 'ਤੇ ਰੌਣਕ ਲੱਗ ਜਾਂਦੀ ਹੈ। ਕਥਾ ਕੀਰਤਨ ਰੱਬੀ ਬੰਦਗੀ, ਵਾਹਿਗੁਰੂ ਜੀ ਦੀ ਸਿਫਤ ਸਲਾਹ ਦੇ ਉੱਥੇ ਪ੍ਰਵਾਹ ਚੱਲ ਪੈਂਦੇ ਹੈ। ਸੋ ਜਿੱਥੇ ਵੀ ਰੱਬ ਦਾ ਪਿਆਰਾ ਗੁਰੂ ਦਾ ਸਿੱਖ ਸਾਧੂ ਪੈਰ ਧਰਦਾ ਹੈ, ਉਹ ਧਰਤੀ ਧਨ, ਉਹ ਥਾਂ ਧਨ ਹੋ ਜਾਂਦਾ ਹੈ। ਚਰਨ ਧੂੜ ਪ੍ਰਧਾਨ ਕਰ, ਸੰਤ ਵੇਦ ਜਸ ਗਾਵ ਸੁਣੰਦਾ। ਗੁਰਸਿੱਖਾਂ ਦੀ, ਸਾਧੂਆਂ ਦੀ ਚਰਨ ਧੂੜੀ ਨੂੰ ਪ੍ਰਧਾਨ ਕਰਕੇ, ਮੁੱਖ ਕਰਕੇ ਸੰਤ ਜਨ ਤੇ ਵੇਦ ਸਦਾ ਹੀ ਜਸ ਗਾਉਂਦੇ ਹੈ। ਵਡ ਭਾਗੀ ਪਾ ਖਾਕ ਲਹੰਦਾ। ਸੋ ਵੱਡਿਆਂ ਭਾਗਾਂ ਵਾਲਾ ਉਹ ਹੈ ਜਿਹੜਾ ਗੁਰੂ ਕੇ ਸਿੱਖ, ਪਰਮੇਸ਼ਰ ਦੇ ਪਿਆਰੇ ਨਾਮ ਰਸੀਏ ਸਾਧੂ ਜਨ, ਉਹਨਾਂ ਦੀ ਚਰਨ ਧੂੜੀ ਨੂੰ ਲੈ ਕੇ ਮਸਤਕ 'ਤੇ ਲਾਉਂਦਾ ਹੈ। ਉਹ ਪੁਰਸ਼ ਵੱਡਿਆਂ ਭਾਗਾਂ ਵਾਲਾ ਹੈ। ਇਸੇ ਲਈ ਸਤਿਗੁਰੂ ਨੇ ਬਾਣੀ ਦੇ ਵਿੱਚ ਅੰਮ੍ਰਿਤ ਬਚਨ ਕੀਤੇ ਹਨ। ਹੇ ਨਿਰੰਕਾਰ ਕਿਰਪਾ ਕਰ, ਪਾਰ ਬ੍ਰਹਮ ਮੋਹਿ ਕਿਰਪਾ ਕੀਜੈ, ਧੂਰ ਸੰਤਨ ਕੀ ਨਾਨਕ ਦੀਜੈ। ਮੈਨੂੰ ਆਪਣੇ ਸੰਤ ਜਨਾਂ ਦੀ ਚਰਨ ਧੂੜ ਬਖਸ਼। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ। ਸਾਨੂੰ ਉਹਨਾਂ ਦੀ ਚਰਨ ਧੂੜ ਪਿਆਰੀ ਹੈ, ਉਹਨਾਂ ਰੱਬੀ ਬੰਦਗੀ ਵਾਲਿਆਂ ਦੀ ਸ਼ਰਨ ਵਿੱਚ ਹਾਂ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਸੋ ਬੰਦਗੀ ਨਾਮ ਦੀਆਂ ਸਿਫਤਾਂ ਨੇ। ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ। ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ। ਧੂੜੀ ਮੱਜਣ ਸਾਧ ਖੇ, ਸਾਈਂ ਥੀਏ ਕਿਰਪਾਲ।
ਜਦੋਂ ਮਾਲਕ ਕਿਰਪਾਲੂ ਹੋ ਜਾਂਦਾ, ਬਖਸ਼ਿਸ਼ਾਂ ਕਰਦਾ ਹੈ, ਤਾਂ ਗੁਰਮੁਖਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਹੋ ਜਾਂਦਾ ਹੈ। ਭਾਵ ਉਹਨਾਂ ਦੀ ਸੰਗਤ ਵਿੱਚੋਂ ਰੱਬੀ ਗੁਣ ਪ੍ਰਾਪਤ ਹੁੰਦੇ ਹੈ, ਸਾਰੇ ਪਦਾਰਥ ਮਿਲ ਜਾਂਦੇ ਹੈ। ਇਸੇ ਲਈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ, ਧੂੜ ਤਿਨਾ ਕੀ ਅਕੁਲੀਐ ਭਾਈ, ਸਤ ਸੰਗਤ ਮੇਲ ਮਿਲਾਏ। ਸੋ ਉਹਨਾਂ ਦੀ ਤਾਂ ਚਰਨ ਧੂੜੀ ਤੋਂ ਵੀ ਸਦਾ ਕੁਰਬਾਨ ਜਾਈਏ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂ ਵਾਸਤੇ ਸੁਮਤ ਬਖਸ਼ਣੀ ਜੀ। ਚਰਨ ਧੂੜ ਪ੍ਰਧਾਨ ਕਰ, ਸੰਤ ਵੇਦ ਜਸ ਗਾਵ ਸੁਣੰਦਾ, ਵਡ ਭਾਗੀ ਪਾ ਖਾਕ ਲਹੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।